जी सलाम दोस्तों आपका दोस्त नसार जवेद। लो जी गल ऐसा ही है कि भी बाहर दुनिया ਦੇ ਵਿੱਚ ਕੀ ਹੋ ਰਿਹਾ ਹੈ। ਬਾਹਰ ਦੁਨੀਆ ਗੌਰ ਕਰੋ ਕਿ ਵੀ ਇੱਕ ਮੁਲਕ ਜਿਹੜਾ ਹਰ ਸਾਲ ਹਰ 6 ਮਹੀਨੇ ਬਾਅਦ ਦੂਸਰੇ ਮੁਲਕ ਤੇ ਚੜ ਜਾਂਦਾ ਹੈ, ਨਜਾਇਜ਼ ਮੁਲਕ। ਉਹਨੇ ਤੁਸੀਂ ਇਸਰਾਈਲ ਦੀ ਮੈਂ ਗੱਲ ਕਰ ਰਿਹਾ, ਇਸਰਾਈਲ ਦਾ ਪਹਿਲਾ ਜਿਹੜਾ ਵਜ਼ੀਰ ਆਜ਼ਮ ਸੀ ਉਹਦੀ ਕਦੀ ਟਾਈਮ ਕੱਢ ਕੇ ਨਾ ਇੱਥੇ ਸੋਸ਼ਲ ਮੀਡੀਆ ਤੇ ਟਾਈਮ ਮਿਲੇ ਨੇ ਤਕਰੀਰ ਸੁਣਨਾ, ਪਹਿਲੇ ਪ੍ਰਾਈਮ ਮਿਨਿਸਟਰ ਦੀ ਪਹਿਲੀ ਤਕਰੀਰ। ਉਹਨੇ ਕਾਸੀ ਅਰਬਾਂ ਦੇ ਦੰਦ ਅਸੀਂ ਵੇਖ ਲਏ ਨੇ, ਖੱਟੇ ਕਰ ਲਏ ਨੇ। ਸਾਡਾ ਅਗਰ ਦੁਨੀਆ 'ਚ ਕੋਈ ਬਾਇਓਲੋਜੀਕਲ ਜਵਾਬ ਹੈਗਾ ਤੇ ਉਹ ਪਾਕਿਸਤਾਨ ਹੈਗਾ। ਤੇ ਪਾਕਿਸਤਾਨ ਦੇ ਆਪਣੇ ਮੋਹਰੇ ਘੱਲ ਕੇ ਤੇ ਆਪਣਾ ਪੈਸੇ ਇਨਵੈਸਟ ਕਰਕੇ ਉਹਨਾਂ ਨੇ ਕਾਫੀ ਤਕੋ ਕਰਕੇ ਪਾਕਿਸਤਾਨ ਨੂੰ ਕਮਜ਼ੋਰ ਕਰ ਲਿਆ, ਮੈਸ਼ਤ ਕ੍ਰੈਸ਼ ਕਰ ਲਈ, ਹਰ ਚੀਜ਼ ਦਾ ਕੰਟਰੋਲ ਮੈਸ਼ਤ ਆਪਣੇ ਹੱਥ ਖਿੱਚ ਕੇ ਲੈ ਗਏ। ਜਿਨ੍ਹਾਂ ਦਾ ਮੋਹਰਾ ਅੱਜ ਕੱਲ੍ਹ ਅਟਕ ਜੇਲ੍ਹ ਤੋਂ ਫਿਰਦਾ ਫਰਾਂਦਾ ਤੇ ਉੱਥੇ ਪਹੁੰਚ ਗਿਆ ਦੂਸਰੀ ਜੇਲ੍ਹ ਦੇ ਵਿੱਚ। ਉੱਥੇ ਪਹੁੰਚ ਕੇ ਤੇ ਉੱਥੇ ਹੁਣ ਪਛਤਾ ਰਿਹਾ ਕਿ ਮੈਂ ਕਿਉਂ ਦਰਖਾਸਤ ਦਿੱਤੀ ਸੀ, ਮੈਂ ਉੱਥੇ ਅਟਕ ਜੇਲ੍ਹ ਦੀ ਠੀਕ ਹੈਗਾ ਸਾਂ, ਅਡਿਆਲਾ ਜੇਲ੍ਹ ਨਾ ਹੀ ਆਉਂਦਾ ਚੰਗਾ ਸੀ। ਦੋਸਤੋ ਅੱਜ ਕੱਲ੍ਹ ਹੋ ਕੀ ਰਿਹਾ? ਇਹ ਬਰੂਨੀ ਗੱਲਾਂ ਤਾਂ ਅਸੀਂ ਵੇਖਣੇ ਪਏ ਹਾਂ ਕਿ ਵੀ ਹਮਲਾ ਹੋ ਗਿਆ ਤਾਂ ਫਲਾਣਾ ਕਿਹਨੇ ਕੀਤਾ, ਕੀ ਹੋਣਾ ਹੈ, ਇਹ ਤੇ ਦੇਖਦੇ ਰਵਾਂਗੇ। ਤੇ ਮਕਸਦ ਕੀ ਸੀ, ਮਕਸਦ ਕਿਹੜੇ ਹੱਲ ਕਰਨੇ ਨੇ, ਇਹ ਵੀ ਦੇਖਦੇ ਰਹਾਂਗੇ। ਇਹ ਦੇਖੀ ਕਿ ਅੰਦਰ ਕੀ ਹੋ ਰਿਹਾ। ਅੰਦਰ ਉਹਨਾਂ ਦੇ ਮੋਹਰੇ ਦੀ ਜਿਹੜੀ ਰਿਪੋਰਟਾਂ ਮਿਲ ਰਹੀਆਂ ਨੇ ਆਸੇ ਪਾਸਿਓਂ, ਇਹ ਸੁਣਸਾ ਕੇ ਇੱਥੇ ਹੀ ਇੱਕ ਤਾਂ ਪਿੰਕੀ ਪੀਰ ਨੂੰ ਵਾਰਨਿੰਗ ਹੋ ਗਈ ਹੈ ਕਿ ਵੀ ਤੂੰ ਬੰਦੇ ਦੇ ਪੁੱਤਰ ਬਣ ਜਾ, ਤੂੰ ਬੜੇ ਵੱਡੇ ਕੰਮ ਪਾਏ ਨੇ ਤੇ ਕਿੰਨੇ ਤਰ੍ਹਾਂ ਖਾਮਦ ਰੱਖੀ ਫਿਰਨੀ ਹੈ ਤੇ ਹਰ ਖਾਮਦ ਤੋਂ ਕਰਪਟ ਲੱਭਣੀ ਹੈ ਤੇ ਉਹਨਾਂ ਨਾਲ ਰਲ ਕੇ ਕਰਪਸ਼ਨ ਕਰਨੀ ਹੈ। ਇਹ ਦੋ ਤਾਂ ਅਸੀਂ ਬੰਦ ਕਰ ਲੈਣੇ, ਬਾਕੀਆਂ ਦੀ ਵੀ ਲਿਸਟ ਦੇ ਸਾਨੂੰ। ਤੇ ਦੂਸਰਾ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਬੰਦੇ ਦੇ ਪੁੱਤਰ ਬਣ ਜਾ, ਇੱਕ ਫੈਸਲਾ ਕਰ ਲੈ, ਜਾਂ ਤਾਂ ਅੰਦਰ ਚੱਲ ਤੂੰ ਵੀ, ਤੇਰੇ ਕੋਲੋਂ ਵੀ ਪੂਰੀਆਂ ਇਨਵੈਸਟੀਗੇਸ਼ਨ ਕਰੀਏ। ਤੇ ਦੂਸਰਾ ਕੰਮ ਹੈਗਾ ਕਿ ਆਪਣਾ ਬੰਦਾ ਦੋਵੇਂ ਚ ਇੱਕ ਲੈ, ਦੋਵੇਂ ਨਹੀਂ ਮਿਲਣੀ, ਇੱਕ ਲੈ ਤੇ ਦਫਾ ਜਾ। ਔਰ ਸੋਚੀ ਪਈ ਹੈ, ਸੋਚਦੀ ਫਿਰਦੀ ਕੀ ਕਰਨਾ ਕੀ ਨਹੀਂ ਕਰਨਾ। ਇੱਕ ਤਾਂ ਰਿਪੋਰਟ ਮਿਲੀ, ਦੂਸਰੀ ਰਿਪੋਰਟ ਹੈ ਮਿਲੀ ਜੀ ਇਮਰਾਨ ਖਾਨ ਨਾਮੇ ਬੰਦਾ ਜਿਹੜਾ ਇਹਨਾਂ ਦਾ ਮਾਨੀਮੈਂਟਲ ਜਿਹੜਾ ਜੇਲ੍ਹ ਦੀ ਬੈਠਾ ਹੈ, ਸਾਰੇ ਜੁਰਮ ਐਡੇ ਵੱਡੇ ਜੁਰਮ ਕਰਕੇ ਤੇ ਕਾਨੂੰਨ ਦੇ ਤਕਾਜ਼ੇ ਸਾਰੇ ਪੂਰੇ ਕਰਕੇ ਜਿਹਨੂੰ ਬੰਦ ਕੀਤਾ ਹੈ ਜੇ। ਉਹ ਮਾਨੀਮੈਂਟਲ ਆਪਣੇ ਬੰਦੇ ਨੂੰ ਕੀ ਅੱਜ ਕੱਲ੍ਹ ਤਲਕੀਨ ਕਰ ਰਿਹਾ ਤੇ ਕਿਹੜੀ ਤਿਆਰੀ ਕਰਾ ਰਿਹਾ। ਉਹ ਕਹਿੰਦਾ ਜੀ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਮੈਨੂੰ ਗਾਲਾਂ ਕੱਢਣੀਆਂ ਨੇ, ਮੈਨੂੰ ਜੋ ਵੀ ਕਰਨਾ ਮੇਰੇ ਖਿਲਾਫ ਬੋਲਣਾ, ਲਿਖ ਕੇ ਦੇਣਾ, ਜੋ ਵੀ ਕਰਨਾ ਹੈ ਬੇਫਿਕਰ ਹੋ ਕੇ ਲਿਖ ਕੇ ਦੇ ਕੇ ਬਾਹਰ ਆ ਜਾਓ। ਬਸ ਇੱਕ ਵਾਰੀ ਬਾਹਰ ਆ ਜਾਓ। ਜਿਵੇਂ ਅੱਜ ਕੱਲ੍ਹ ਬਾਹਰ ਆਉਣ ਲੱਗ ਪਏ ਨੇ ਲੋਕੀ, ਕਿੰਨੇ ਸਾਰੇ ਲੋਕੀ ਆ ਕੇ ਮਾਮਾ ਦੇ ਗੱਲ ਲਾ ਕੇ ਰੋਂਦੇ ਪਏ ਨੇ, ਹਾਂ ਕਰ ਕਰਕੇ 4-5 ਦਿਨਾਂ ਤੋਂ ਬਾਅਦ। ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਹੀਨਿਆਂ ਦੇ ਹਿਸਾਬ ਨਾਲ, ਸਾਲਾਂ ਦੇ ਹਿਸਾਬ ਨਾਲ ਬੰਦ ਰੱਖਿਆ ਸੀ। ਦੋਸਤੋ ਉਹਨੇ ਇਹ ਸੁਣਾ ਦਿੱਤਾ ਹੈ ਕਿ ਭਾਈ ਜੀ 9 ਮਈ ਨੂੰ ਜਿਹੜੀਆਂ ਮੇਰੇ ਕੋਲ ਗਲਤੀਆਂ ਰਹਿ ਗਈਆਂ ਸੀ ਹੁਣ ਮੈਂ ਨਹੀਂ ਕਰਨੀਆਂ ਤੇ ਮੈਂ ਇੱਕ ਤਿਆਰੀ ਕੀਤੀ ਬੈਠਾ, ਤੁਸੀਂ ਬਾਹਰ ਜਾਓ ਸਾਰੇ, ਮੇਰੇ ਆਰਡਰ ਦੇ ਮੁਤਜ਼ਰ ਰਹੋ, ਮੈਂ ਤੁਹਾਨੂੰ ਦੱਸਾਂਗਾ, ਕੱਲ੍ਹ ਦਿਆਂਗਾ। ਐਤਕੀ ਐਸਾ ਕੰਮ ਪਾਵਾਂਗੇ ਕਿ ਇਹਨਾਂ ਨੂੰ ਸਮਝ ਨਹੀਂ ਲੱਗੀ, ਕਿ ਸੁਰਤ ਨਹੀਂ ਆਏਗੀ ਕਿ ਹੋਇਆ ਕੀ ਮੁਲਕ ਦੇ ਨਾਲ। ਇਹ ਤੁਹਾਡੇ ਦੁਸ਼ਮਣ ਦੇ ਜਿਹੜੇ ਆਲਾਕਾਰ ਦੁਸ਼ਮਣ ਦੇ ਜਿਹੜੇ ਮੋਹਰੇ ਨੇ ਤੁਹਾਡੇ ਮੁਲਕ ਵਿੱਚ, ਉਹਨਾਂ ਦੇ ਬਿਆਨਾਂ ਤੇ ਨੇ ਤਿਆਰੀ ਕਰ ਲਓ। ਉਹਨਾਂ ਨੇ ਫਿਰ ਇੱਕ ਖੇਡ ਖੇਡਣੀ ਜੇ 9 ਮਈ ਵਰਗੀ, ਤੇ ਉਹਦੇ ਵਿੱਚ ਹੁਣ ਹੋਰ ਕਿਹੜੇ ਖੇਖਣ ਕਰਾਂਗੇ, ਕੀ ਕਰਾਂਗੇ। ਹੁਣ ਸਾਨੂੰ ਇਸ ਗੱਲ ਦੀ ਨਹੀਂ ਸਮਝ ਲੱਗ ਰਹੀ। ਕਈ ਲੋਕਾਂ ਦੇ ਅਸੀਂ ਦੇਖੀਏ ਤਾਂ ਸ਼ੱਕ ਦੀ ਗੁੰਜਾਇਸ਼ ਹੀ ਕੋਈ ਨਹੀਂ। ਜਿਸ ਤਰ੍ਹਾਂ ਕਿ ਇੱਕ ਅਦਾਰੇ ਦੀ ਗੱਲ ਕਰੋ, ਅਦਾਰੇ ਦੇ ਸਰਬਰਾਹ ਦੇ ਸ਼ੱਕ ਦੀ ਗੁੰਜਾਇਸ਼ ਕੋਈ ਨਹੀਂ, ਲੇਕਿਨ ਅਦਾਰੇ ਦੇ ਵਿੱਚ ਇਮਰਾਨਡੂਸ ਐਂਡ ਕਾਦੀਆਂਡੂਸ ਕੁੱਟ ਕੇ ਭਰੇ ਨੇ। ਔਰ ਉਹ ਕੀ ਕਰ ਰਹੇ ਨੇ, ਉਹਨਾਂ ਦੇ ਹਰਕਤਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ। ਹਾਲੇ ਕੱਲ ਤੁਸੀਂ ਬਦਿਆਲ ਨੂੰ ਚੁੱਕ ਕੇ ਡੰਡੇ ਮਾਰ ਕੇ ਲਾ ਵੀ ਨਹੀਂ ਸਕੇ ਨਾ, ਉਹ ਆਪ ਹੀ ਰਿਟਾਇਰ ਹੋ ਕੇ ਗਿਆ ਜੇ ਤੇ ਸਦਰ ਬੈਠਾ ਹੈ। ਉਹਨੂੰ ਤੁਸੀਂ ਉਹ ਜੋ ਮਰਜ਼ੀ ਕਰ ਰਿਹਾ, ਉਹ 9 ਮਈ ਦੇ ਵਿੱਚ ਵੀ ਮੁਲਵਸ ਹੈ, ਉਹ ਹਰ ਚੀਜ਼ ਹਰ ਜਗ੍ਹਾ ਤੇ ਮੁਲਵਸ ਹੈ, ਉਹਨੂੰ ਕੁਛ ਨਹੀਂ ਕਹਿ ਰਹੇ। ਉਹਨੂੰ ਚੁੱਕੇ ਉਹਦੀ ਮੁੱਦਤ ਵੀ ਮੁੱਕ ਗਈ ਹੈ, ਉਹਨਾਂ ਇੰਤਜ਼ਾਰ ਕਰ ਰਹੀ ਸੀ ਕਿ ਇਹ ਲੱਥੇਗਾ ਤੇ ਫਿਰ ਚਲਾ ਜਾਏਗਾ। ਤੇ ਇਹ ਮਤਲਬ ਜਵਾਬੀ ਕਾਰਵਾਈਆਂ ਜਿਹੜੀਆਂ ਨੇ ਮਨੂਰਾ ਕੁਸ਼ਤੀਆਂ, ਉਸ ਕਈ ਦਫਾ ਦਿਲ ਡਰ ਜਾਂਦਾ ਹੈ, ਕਈ ਦਫਾ ਸਮਝ ਨਹੀਂ ਲੱਗਦੀ ਕਿ ਯਾਰ ਹੋ ਕੀ ਰਿਹਾ। ਬਹਰਹਾਲ ਸਿਆਸਤ ਬੜੀ ਡੂੰਘੀ ਹੋ ਗਈ ਹੈ, ਸਿਆਸਤ ਦੀ ਸਮਝ ਨਹੀਂ ਲੱਗ ਰਹੀ ਕਿ ਕਿਹੜੇ ਪਾਸੇ ਜਾ ਰਹੀ ਹੈ ਤੇ ਕੀ ਹੋ ਰਿਹਾ। ਮੁਲਕ ਬਹਰਹਾਲ ਤਬਾਹੀ ਜਾ ਰਿਹਾ, ਇਸ ਗੱਲ ਤੇ ਗੌਰ ਜ਼ਰੂਰ ਰੱਖੋ। ਮੁਲਕ ਜਦੋਂ ਨਾਨੇ ਨੇ ਖਸਮ ਕੀਤਾ ਤੇ ਬੁਰਾ ਕੀਤਾ, ਜਦੋਂ ਛੱਡਿਆ ਤਾਂ ਉਸ ਤੋਂ ਜ਼ਿਆਦਾ ਬੁਰਾ ਕੀਤਾ। ਇਹ ਜਦੋਂ ਇੱਕ ਪੇਜ ਬਣਿਆ ਸੀ ਇਸ ਵੱਡੇ ਅਦਾਰੇ ਦੇ ਨਾਲ ਰਲ ਕੇ, ਇਮਰਾਨ ਖਾਨ ਸਾਹਿਬ ਦਾ, ਇਮਰਾਨ ਖਾਨ ਸਾਹਿਬ ਨੂੰ ਲੱਦ ਕੇ ਮੋਢੇ ਤੇ ਪਾ ਕੇ ਵੱਡਾ ਅਦਾਰਾ ਲੈ ਕੇ ਆਇਆ ਸੀ ਤੇ ਇੱਕ ਪੇਜ ਡਿਕਲੇਅਰ ਕਰਤਾ ਗਿਆ ਸੀ ਪੂਰੇ ਪਾਕਿਸਤਾਨੀਆਂ ਦੇ ਉੱਤੇ, ਸਾਰੇ ਮੁਲਕ ਦੇ ਉੱਤੇ। ਔਰ ਸਾਰੇ ਮੁਲਕ ਦੇ ਉੱਤੇ ਇੱਕ ਪੇਜ ਬਣਾ ਕੇ ਤਾਂ ਇਸ ਤਰ੍ਹਾਂ ਪਾਤਾ ਗਿਆ ਸੀ ਜਿਵੇਂ ਇੱਕ ਅਜ਼ਾਬ ਇਲਾਹੀ ਨਾਜ਼ਲ ਹੋ ਜਾਂਦਾ ਹੈ, ਖੁਦਾ ਨਾ ਖਾਸਤਾ। ਉਹ ਲੋਕ ਅੱਜ ਪੇਜ ਫਟ ਗਿਆ, 2 ਪੇਜ ਹੋ ਗਏ ਨੇ ਤੇ ਅੱਜ ਵੀ ਮੁਲਕ ਨੂੰ ਨੁਕਸਾਨ। ਜਦੋਂ ਇੱਕ ਪੇਜ ਬਣਾਇਆ ਸੀ ਉਦੋਂ ਵੀ ਮੁਲਕ ਤੋਂ ਬਾਹਰ ਰਿਹਾ ਸੀ, ਹੁਣ ਮੁਲਕ ਤੋਂ ਬਾਹਰ ਰਿਹਾ। ਕਿਸ ਤਰ੍ਹਾਂ ਤੁਸੀਂ ਕਿਤੇ ਕਿਸੇ ਕਰਜ਼ਾ ਮੰਗਣ ਵਾਲਾ ਮੂੰਹ ਬਣਾਉਂਦੇ ਜੇ, ਅਗਲਾ ਉੱਠ ਕੇ ਠੋਕ ਕੇ ਬਿਆਨ ਦੇ ਦਿੰਦਾ ਹੈ ਕਿ ਫਲਾਨਾ ਕੰਮ ਇੰਝ ਹੋਏਗਾ ਜੇ। ਤੁਸੀਂ ਕੋਈ ਵੀ ਕੰਮ ਕਰਦੇ ਉਹਦਾ ਕਾਊਂਟਰ ਉਹ ਆਰਗੂਮੈਂਟ ਕੱਢ ਕੇ ਲਾ ਦਿੰਦਾ ਜਿਹੜਾ ਕਿ ਮੁਲਕ ਨੂੰ ਨੁਕਸਾਨ ਜਾਂਦਾ ਹੈ। ਤੇ ਤੁਹਾਡੀ ਜਾਨੀ ਜ਼ਰੂਰਤ ਨਹੀਂ ਕਿ ਉਹਦੇ ਮੂੰਹ ਤੇ ਟੱਕਾ ਨਹੀਂ ਲਾ ਸਕੋ। ਤੁਸੀਂ ਬੰਦੇ ਫੜਦੇ ਜੇ, ਕਾਨੂੰਨ ਉੱਥੇ ਲੰਮਾ ਪਿਆ ਰਹਿੰਦਾ, ਆਇਨ ਉੱਥੇ ਲੰਮਾ ਪਿਆ ਰਹਿ ਜਾਂਦਾ। ਉਹਨਾਂ ਨੂੰ ਗਾਇਬ ਕਰਦੇ, ਗਾਇਬ ਕਰਕੇ ਸੌਫਟਵੇਅਰ ਅਪਡੇਟ ਕਰਦੇ, ਵੈਰੀ ਗੁੱਡ, ਅਸੀਂ ਤਾਂ ਵੈਰੀ ਗੁੱਡ ਕਹੀ ਜਾਣਾ। ਲੇਕਿਨ ਜਿਹੜੇ ਲੋਕੀ ਬਾਹਰ ਦੀ ਦੁਨੀਆ ਵੈਰੀ ਗੁੱਡ ਨਹੀਂ ਸਾਡੀ ਸੁਣਦੀ ਨਾ, ਉਹ ਕਹਿੰਦੇ ਤੁਹਾਡੇ ਉਹ ਰੂਲ ਆਫ ਲਾਅ ਕਿੱਧਰ ਗਿਆ, ਫਲਾਨਾ ਚੀਜ਼ ਕਿੱਧਰ ਗਈ, ਫਲਾਨੀ ਚੀਜ਼ ਕਿੱਧਰ ਗਈ ਹੈ। ਤੇ ਇਸ ਤਰ੍ਹਾਂ ਜੇ ਪਹਿਲੇ ਹੁੰਦਾ ਸੀ ਤੇ ਹੁਣ ਵੀ ਇਸ ਤਰ੍ਹਾਂ ਹੋ ਰਿਹਾ, ਤੁਹਾਨੂੰ ਕੀ ਪਤਾ ਕੱਲ ਨੂੰ ਕੀ ਹੋਣਾ ਹੈ।
ਤੇ ਜਦੋਂ ਇੱਕ ਬੰਦਿਆਲ ਚਲਾ ਗਿਆ, ਤੁਹਾਨੂੰ ਚਾਹੀਦਾ ਕਿ ਇਹ ਜਿਹੜਾ ਇੱਥੇ ਜ਼ੋਰ ਲਾ ਰਹੇ ਜੇ, ਇਹੋ ਜਿਹੜਾ ਤੁਸੀਂ ਗੰਦ ਵੜਿਆ ਸੀ ਕੋਟਾਂ ਦੇ ਵਿੱਚ, ਆਪਣਾ ਉਹ ਗੰਦ ਕੱਢੋ, ਆਪਣਾ ਲੱਤ ਬਾਹਰ ਖਿੱਚੋ, ਆਪਣੇ ਜੱਜਾਂ ਨੂੰ ਆਜ਼ਾਦ ਕਰੋ, ਉਹਨਾਂ ਕੋਲ ਫੈਸਲੇ ਕਰੋ। ਇੱਕ ਬੰਦਾ ਜੱਜ ਆ ਜੋ ਗਿਆ ਸਹੀ, ਉਹਨੂੰ ਕੋ ਆਪਣੇ ਦਾਇਰੇ ਨੂੰ ਸਹੀ ਕਰੇ। ਚੀਫ ਕਿਉਂ ਹੁੰਦਾ? ਚੀਫ ਦਾ ਕੰਮ ਹੁੰਦਾ ਆਪਣੇ ਦਾਇਰੇ ਨੂੰ ਠੀਕ ਕਰਨਾ, ਨਾ ਕਿ ਇੱਕ ਚੀਫ ਦੂਸਰੇ ਚੀਫ ਦੇ ਦਾਇਰੇ ਜਾ ਕੇ ਉਹਨੂੰ ਠੀਕ ਕਰੇ। ਆਪਣਾ ਚੀਫ ਆਪਣਾ ਦਾਇਰਾ। ਪਹਿਲੇ ਜਿਹੜੇ ਚੀਫ ਇੱਥੇ ਪਹੁੰਚੇ ਸੀ, ਉਹ ਪਹੁੰਚੇ ਕਿਸ ਤਰ੍ਹਾਂ, ਕਿਉਂ ਪਹੁੰਚੇ? ਜਿਹਨਾਂ ਨੇ ਗੰਦ ਪਾਇਆ, ਜਿਹਨਾਂ ਸਾਰਾ ਖਰਾਬ ਕੀਤਾ। ਅਗਰ ਸਹੀ ਚੀਫ ਆ ਰਿਹਾ, ਉਹਨੂੰ ਕੰਮ ਕਰਨ ਦਿਓ। ਤੁਸੀਂ ਇੱਕ ਨਾਲ ਵੱਖਰਾ ਆਪਣਾ ਖੋਲ ਕੇ ਰੱਖੋਗੇ ਤਾਂ ਫਿਰ ਦੁਨੀਆ ਜਵਾਬ ਮੰਗਦੀ ਹੈ ਤੇ ਸਵਾਲ ਕਰਦੀ ਹੈ, ਤਾਂ ਉਹਨਾਂ ਦੇ ਜਵਾਬ ਦੇਣੇ ਪੈਂਦੇ ਨੇ। ਕਿਹਨੂੰ ਦੇਣੇ ਪੈਂਦੇ? ਤੁਹਾਨੂੰ, ਸਾਨੂੰ ਦੇਣੇ ਪੈਂਦੇ ਨੇ। ਬਦਨਾਮੀ ਫਿਰ ਤੁਹਾਡੇ ਕਾਲਕ ਫਿਰ ਤੁਹਾਡੇ ਮੱਥੇ ਮਰੀ ਜਾਂਦੀ ਹੈ। ਉਹ ਖੁਦਾ ਦਾ ਨਾਂ ਜੇ ਬਸ ਕਰੋ। ਕਾਜ਼ੀ ਫਾਇਜ਼ ਸਾਹਿਬ ਨੂੰ ਕਹੋ ਕਿ ਜਿਹੜੇ ਜੱਜ ਗੰਦੇ ਵਿੱਚ ਭਰਤੀ ਹੋਏ ਨੇ, ਤੁਹਾਡੇ ਸਾਹਮਣੇ ਇੱਕ ਲਿਸਟ ਪਈ ਹੈ, ਜਿਹਦਾ ਨੂੰ ਚੈੱਕ ਕਰੇ, ਨਵੇਂ ਜੱਜ ਭਰਤੀ ਕਰੇ ਫੌਰੀ ਤੌਰ ਤੇ। ਜਿਹੜੀ ਕਪੈਸਿਟੀ ਬਣਦੀ ਹੈ ਸੁਪਰੀਮ ਕੋਰਟ ਦੇ, ਉਸ ਕਪੈਸਿਟੀ ਦੇ ਵਿੱਚ ਰੱਖ ਕੇ ਤੇ ਰਾਤ ਦਿਨ ਰੱਖ ਕੇ ਫੈਸਲਾ ਕਰੀ ਜਾਵੇ। ਕਈ ਚੀਜ਼ਾਂ ਐਸੀਆਂ ਨੇ ਜਿਹੜੇ ਬਿਲਕੁਲ ਸਿੰਪਲ ਸਾਦੀਆਂ ਗੱਲਾਂ ਨੇ, ਉਹਨਾਂ ਨੂੰ ਐਵੇਂ ਜਾਣ ਕੇ ਲਿਜਾਇਆ ਹੈ। ਆਰਾਮ ਨਾਲ ਫੈਸਲਾ ਕਰਕੇ ਪਰੇ ਮਾਰੋ। ਕਿਸੇ ਮੁਲਕ ਦੀ ਕੋਈ ਸਕੂਨ ਹੋਵੇ, ਇਕਨੋਮੀ ਨੂੰ ਕੋਈ ਸਕੂਨ ਹੋਵੇ। ਜਦੋਂ ਤੱਕ ਸਟੇਬਿਲਿਟੀ ਨਹੀਂ ਹੋਏਗੀ, ਉਦੋਂ ਤੱਕ ਇੱਥੇ ਮੁਲਕ ਵਿੱਚ ਕੋਈ ਇਕਨੋਮੀ ਵਗੈਰਾ ਸਹੀ ਨਹੀਂ ਹੋ ਸਕਦੀ। ਦੋਸਤੋ, ਦੁਆ में याद रखना ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਲਾ ਹਾਫਿਜ਼।